सिंह विष्णु भगवान दी जय। सो हम महाराज शेर सिंह विष्णु भगवान दी जय। सो हम महाराज शेर सिंह विष्णु भगवान दी जय। सो हम महाराज शेर सिंह विष्णु भगवान दी जय। सोहं महाराज सिंह विष्णु भगवान की जय। सोहं महाराज सिंह विष्णु भगवान की जय। सोहं महाराज जय। सोहं महाराज सिंह विष्णु भगवान की जय। सोहं महाराज सिंह विष्णु भगवान की जय। ये जो लिखता है पहली चीज ये ਆਪਾਂ जो सतगुरां सानू उपदेश दिता जिवें हुणे मेरा वीर कह गया सानू ये कहा जाता कि इत्थे मर्यादा ये है, इत्थे मर्यादा ये है, उसका पालन करो। जेडे ये कहते कि इत्थे मर्यादा की पालन करो, उत्थे उत्थे की मर्यादा का पालन करो। कि सच्चे पातशाह अलग अलग स्थानां की अलग अलग मर्यादा कायम की है। जेडे कहते कि जो इत्थे है उसका पालन करो। सतगुरां ये मर्यादा तो ब्रह्मंड खंड दी है। फिर जदों असीं कहने कि इत्थे वो करो उत्थे वो कर लेना जो करते हैं। असीं कल परसों शायद चंडीगढ़ जाना, उत्थे भी एक दरबार बनया होया मलोई पिंड आ। वो आखन लगे एक बार मैं गया, कहन लगे असी तो जी पणग वाला आउंदा तो पणग डालने बिहार कर लो, बाणी वाला आउंदा तो कहने बाणी ला के कर लो, वो अपना कर लैन। असी किसी नूं नाराज़ नहीं करना। जे असी नाराज़ नहीं करना फिर हर प्राणी की अपनी अपनी सोच है। वो बाणी नूं किस रूप दे विच दूजियां दे अगे रखदा ते फिर कावां रौली ते वश पै जाएगी। इस कावां रौली नूं बंद करन लई अकाल पुरख शब्द की धार दे के गुरु अवतार पीर पैगंबरां नूं मात लोक अंदर भेजदा है। वो अपने वालों कुछ नहीं कहते। अगर असीं श्री गुरु ग्रंथ साहब देखिए तो गुरु नानक देव जी ने अपने वालों कुछ नहीं कहा। जदों भी कदे तुरों संदेश आया तो मरदाने ने कहा मरदानिया रवाब बना बजा।
ਅਕਾਲ ਪੁਰਖ ਦਾ ਹੁਕਮ ਆ ਰਿਹਾ। ਅਗਰ ਗੁਰੂ ਗ੍ਰੰਥ ਸਾਹਿਬ ਦਾ ਤੁਸੀਂ ਅਰਦਾਸਾਂ ਲੋਕਾਂ ਨੂੰ ਕਰਦੇ ਸੁਣੋਗੇ, ਉਹਦੇ ਵਿੱਚ ਉਹ ਭਗਤਾਂ ਦਾ ਨਾਂ ਨਹੀਂ ਲੈਂਦੇ, ਭੱਟਾਂ ਦਾ ਨਾਂ ਨਹੀਂ ਲੈਂਦੇ। ਉਹ ਇਹ ਕਹਿੰਦੇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ। ਉਹ ਕੇਵਲ ਉਸ ਬਾਣੀ ਨੂੰ ਮੁੱਖ ਰੱਖਦੇ ਆ ਜੋ ਅਕਾਲ ਪੁਰਖ ਵੱਲੋਂ ਗੁਰੂ ਸਾਹਿਬਾਨਾਂ ਦੇ ਅੰਦਰ ਸ਼ਬਦ ਦੀ ਧਾਰ ਬਣ ਕੇ ਉਤਰੀ। ਉਹ ਮਰਿਆਦਾ ਉਹਨਾਂ ਨੇ ਸੰਸਾਰ ਨੂੰ ਦੱਸੀ ਹੈ। ਔਰ ਮਹਾਰਾਜ ਪੂਰਨ ਸਿੰਘ ਨੇ ਵੀ ਹੁਕਮ ਕਰ ਦਿੱਤਾ ਹੈ, ਜਿਹੜਾ ਇਸ ਬਾਣੀ ਨੂੰ ਨਹੀਂ ਮੰਨਦਾ ਉਹ ਮੇਰੇ ਮੱਥੇ ਨਾ ਲੱਗੇ, ਦਰਬਾਰ ਚੋਂ ਚਲਿਆ ਜਾਵੇ। ਫਿਰ ਮਹਾਰਾਜ ਨੇ ਇਹ ਵੀ ਇੱਕ ਵਾਰੀ ਕਿਹਾ ਸੀਗਾ, ਮੈਨੂੰ ਇੱਕੋ ਹੀ ਬੜਾ ਜਿਹੜਾ ਮੇਰਾ ਹੁਕਮ ਮੰਨੇਗਾ। ਫਿਰ ਸਾਡਾ ਧਰਮ ਬਣਦਾ ਕਿ ਜੋ ਬਾਣੀ ਦੇ ਅੰਦਰ ਸਤਿਗੁਰਾਂ ਸੰਸਾਰ ਨੂੰ ਉਪਦੇਸ਼ ਦਿੱਤਾ, ਉਸ ਦੀ ਵਿਧੀ ਦੱਸੀ, ਕਿ ਉਹਨੂੰ ਕਿਸ ਤਰ੍ਹਾਂ ਮੰਨਣਾ। ਸਤਿਗੁਰਾਂ ਲਿਖਾਰੀਆਂ ਨੂੰ ਆਦੇਸ਼ ਦਿੱਤਾ ਕਿ ਪਹਿਲਾਂ ਬਾਣੀ ਮੈਨੂੰ ਸੁਣਾਉਣਾ। ਤਾਬਿਆ ਅਸੀਂ ਸਾਰੇ ਬੈਠ ਕੇ ਪੜ੍ਹਦੇ ਹਾਂ, ਪਰ ਇਸ ਰੂਪ ਪੜ੍ਹਿਓ ਸਤਿਗੁਰ ਸੰਗਤ 'ਚ ਹਾਜ਼ਰ। ਪਹਿਲੀ ਗੱਲ। ਦੂਸਰੀ ਗੱਲ ਅਸੀਂ ਇਹ ਸਮਝਾਂਗੇ ਕਿ ਸਤਿਗੁਰ ਸੰਗਤ 'ਚ ਹਾਜ਼ਰ ਹੈ ਜੇ ਮੇਰੀ ਅੰਤਰਾਤਮਾ ਵੀ ਹਾਜ਼ਰ ਹੈ। ਮੈਂ ਉਹ ਬਾਣੀ ਜਿਹੜਾ ਅਕਾਲ ਪੁਰਖ ਮੇਰੀ ਅੰਤਰ ਆਤਮਾ ਬੈਠਾ ਹੋਇਆ, ਪਹਿਲਾਂ ਮੈਂ ਉਸ ਨੂੰ ਸੁਣਾਉਣੀ ਆ। ਕਿਆ ਅਸੀਂ ਮਹਾਰਾਜ ਪੂਰਨ ਸਿੰਘ ਜਾਂ ਮਹਾਰਾਜ ਸ਼ੇਰ ਸਿੰਘ ਜਿਹਨਾਂ ਦਾ ਅਸੀਂ ਕਿਸੇ ਨੇ ਦੀਦਾਰ ਕੀਤਾ ਹੋਏਗਾ, ਅਸੀਂ ਉਹਨਾਂ ਕੋਲ ਆਪਣੀ ਮਨਮਤ ਦੀ ਗੱਲ ਕਰਦੇ ਸਨ, ਜੋ ਸਤਿਗੁਰ ਕਹਿਣ ਉਹ ਪੁੱਛਿਆ ਕਰਦੇ ਸਨ। ਅੱਜ ਦੇਖ ਜਾ ਕੇ ਫਲਾਂ ਜਗ੍ਹਾ ਮਰਿਆਦਾ ਉਹਨਾਂ ਦੀ ਇਹ ਆ, ਫਲਾਂ ਜਗ੍ਹਾ ਪੰਗ ਦੀ ਆ, ਫਲਾਂ ਜਗ੍ਹਾ ਪਾਣੀ ਦੀ ਆ। ਕੋਈ ਕਹਿੰਦਾ ਕਿ ਕੁਛ ਵੀ ਨਾ ਰੱਖੋ, ਕੋਈ ਕਹਿੰਦਾ ਸਭ ਕੁਛ ਰੱਖ ਦਿਓ। ਕਿਆ ਇਹ ਸੱਚੇ ਪਾਤਸ਼ਾਹ ਬਾਣੀ 'ਚ ਲਿਖਿਆ? ਫਿਰ ਇਸ ਤਰ੍ਹਾਂ ਦੀਆਂ ਜਿਹੜੀਆਂ ਅਸੀਂ ਮਰਿਆਦਾ ਬੰਨ੍ਹਦੇ ਫਿਰਦੇ ਹਾਂ, ਉਹ ਸਤਿਗੁਰ ਦੀ ਮਰਿਆਦਾ ਨਹੀਂ ਹੈ। ਉਹ ਸਾਡੀ ਆਪਣੀ ਮਨਮਤ ਹੈ, ਤੇ ਮਨਮਤ ਤਿਆਗੋਗੇ ਤੇ ਅਕਾਲ ਪੁਰਖ ਦਾ ਦਰਸ਼ਨ ਹੋਵੇਗਾ, ਨਹੀਂ ਤੇ ਨਹੀਂ ਹੋਵੇਗਾ। ਆਓ ਆਪਾਂ ਪਹਿਲੀ ਚੇਤ ਦੀ ਲਿਖ ਦੇ ਵਿੱਚੋਂ ਥੋੜ੍ਹੀ ਜਿਹੀ ਬਾਣੀ, ਜਿਤਨੀ ਸੱਚੇ ਪਾਤਸ਼ਾਹ ਜੀ ਸਾਨੂੰ ਸਮਝ ਦਿੱਤੀ ਆ, ਉਹਦੇ ਮੁਤਾਬਕ ਆਪਾਂ ਇਸ ਦੀ ਵਿਚਾਰ ਕਰਾਂਗੇ। ਆਪਾਂ ਵਿਚਾਰ, ਸ਼ਾਇਦ ਮੈਂ ਗਲਤ ਨਾ ਹੋਵਾਂ, ਸਤਿਗੁਰਾਂ ਆਪਣੀ ਹਜ਼ੂਰੀ 'ਚ 2 ਵਾਰੀ ਲਿਖਤੀ ਹੁਕਮ ਆ ਕਿ ਲਿਖਾਰੀ ਬਾਣੀ ਦੀ ਕਥਾ ਕਰਨਗੇ। ਇਸ ਯੋਗ ਤੇ ਨਹੀਂ, ਮੈਂ ਤੇ ਨਹੀਂ ਸਮਝਦਾ, ਬਾਕੀਆਂ ਦੀ ਮੈਂ ਗੱਲ ਨਹੀਂ ਕਰਦਾ, ਕਿ ਕਈ ਕਹਿੰਦੇ ਆ ਸੱਪ ਦੇ ਅੱਗੇ ਦੀਵਾ ਨਹੀਂ ਬਲਦਾ, ਤੇ ਸਤਿਗੁਰ ਦੇ ਅੱਗੇ ਗਲਤ ਵਿਆਖਿਆ ਵੀ ਨਹੀਂ ਚੱਲੇਗੀ। ਅਸੀਂ ਲੱਖ ਯਤਨ ਕਰੀਏ, ਮਾਰੇ ਠੋਕ ਦੇਣਗੇ, ਉੱਥੋਂ ਬੰਦ ਕਰਾ ਦੇਣਗੇ। ਫਿਰ ਆਪਾਂ ਜਿਸ ਦਾ ਸਾਨੂੰ ਕੋਈ ਫਲ ਹੀ ਨਹੀਂ ਮਿਲਣਾ, ਅਸੀਂ ਉਹ ਕੰਮ ਵੀ ਕਿਉਂ ਕਰੀਏ? ਜੋ ਸੱਚੇ ਪਾਤਸ਼ਾਹ ਲਿਖਤ ਦਿੱਤਾ ਕਿ ਮੈਂ ਗੁਰਸਿੱਖੋ ਤੁਹਾਡੀ ਭਾਸ਼ਾ 'ਚ ਸਰਲ ਪੰਜਾਬੀ 'ਚ ਇਹ ਬਾਣੀ ਲਿਖਾਈ ਆ,
औखी नहीं समझनी। असी मनमत करके भले कह दीए कि ये औखी आ, लेकिन सुखैन भी बड़ी आ, साडी अपनी भाषा च। फिर आपां नूं जो सतगुरां समत जितनी दिती बेनती करिया करिए कि सच्चे पातशाह असी तेरे धीआं पुत्र इकट्ठे होए हैं, सानू समत बख्श। जो आप जी ने सानू उपदेश दिता वो साडे मन वसे और असीं उहदे ते चलीए और संसार नूं सुनाइए कि की सतगुरां संदेश दिता। ये 9 खंड पृथ्वी लई है बाणी, सारी मानव जाति लई है। फिर असीं इस नूं तरोड़ मरोड़ के पेश नहीं करना चाहिए। असीं की कीता, उन्हें मेरा वीर कह गया, कोई कहता इस तरह कर लो, कोई कहता इस तरह कर लो, भलाई परती गल है। उन्होंने पूछो उन्होंने मालिक कौन है। जिन्हों की वो गल करते कि वो कहते इस तरह कर लो, वो उन्होंने मालिक आ। जे वो उन्होंने मालिक आ तो फिर महाराज शेर सिंह तो महाराज पूर्ण सिंह कौन है। या तो साडा मालिक जोत करके महाराज शेर सिंह, या शब्द गोबिंद की धार करके सतगुर पूर्ण सिंह। एक बाप एक उहदा पोता, असीं उहदे पोतरे। ते जिहड़े तीजे विच आण के कहंदे कि इंज नहीं इंज कर लो, वो मनमत वाले सातों की होना चाहते, की करवाना चाहते। ये पन्ना 558 18वें ग्रंथ रहा। इस महाराज जी फरमान करते हैं, शहनशाही सम्मत कहे मैं सब दा मालिक। हम सारे दे सारे सम्मतां दी समय की वंड किसी ने क्या कि ईसवी आ, ईसा के नाम देते चलाता। किसी ने मुसलमानों के नाम से हिजरी कहता, किसी ने विक्रमादित्य के नाम से विक्रमी कह दिता। हुण सिखा ने नानकशाही सम्मत चलाता। ये किन्ना देर चलणगे। विक्रमाजीत राजा से वो तो जम्मन मर जाए, वह चलाया सम्मत भी जम्मन मर जाएगा। ईसवी आ, ईसा भी जम्मन मर जाए, ये भी एक दिन खत्म होगा। पर जिथे महाराज ने शब्द वरत्या शहनशाही सम्मत, राजा के नां ते सम्मत चल गए, गुरुआं पीरां के नां ते सम्मत चल गए। शहनशाह अकाल पुरख ਉਹਦੇ ਨਾਂ ਤੇ ਰਾਜਿਆਂ ਨੇ सम्मत चलाए तो ना गुरुआं पीरां चलाए। अपने अपने नाम ਨੂੰ ਅੱਗੇ ਲਿਆਣ ਕੇ ਉਹਨਾਂ सम्मत चला ਦਿੱਤੇ। ਉਹਨਾਂ ਸੰਮਤਾਂ ਸਾਰਿਆਂ ਤੋਂ श्रेष्ठ सरमौर शहनशाही सम्मत जो अकाल पुरख ने चलाया। शहनशाही सम्मत कहे मैं सब दा मालिक। जितने भी धर्म ਦੇ ਨਾਂ ਤੇ ਗੁਰੂਆਂ ਪੀਰਾਂ ਬਾਦਸ਼ਾਹਾਂ ਦੇ ਨਾਂ ਤੇ ਧਰਮ ਚੱਲੇ, ਉਹਨਾਂ ਸਾਰਿਆਂ ਦਾ ਮਾਲਕ ਜਾਂ ਉਹਨਾਂ ਸਾਰਿਆਂ ਤੋਂ ਸ੍ਰੇਸ਼ਟ ਸ਼ਹਿਨशाह सम्मत। ਕਿਉਂਕਿ ਇਸ ਦਾ ਸੰਚਾਲਨ ਕਰਨ ਵਾਲਾ ਜਿਸ ਨੇ ਉਹਨੂੰ ਰਾਜ ਕੀਤਾ, ਸ਼ੁਰੂ ਕੀਤਾ, ਉਹ ਸ਼ਹਿਨशाह ਆ, ਜਿਹੜਾ ਜੰਮਦਾ ਮਰਦਾ ਨਹੀਂ ਤੇ ਉਹਦਾ ਚਲਾਇਆ सम्मत ਵੀ ਕਦੀ ਖਤਮ ਨਹੀਂ ਹੋਵੇਗਾ। शहनशाही सम्मत कहे मैं सब दा मालिक। ईसा मूसा मोहम्मद
बैठे शीस नवाई आ। इस शहनशाह सम्मत के सामने ईसा मूसा अर्थात गुरुआं पीरां दे चलाए हुए सम्मत उन्हां दी कोई बुकत नहीं रह जाती। ईसा मूसा मुहम्मद बैठे शीस नवाई आ। नानक गोविंद मैनू मन्या सालस। चाहे वह नानकशाही सम्मत चाहे खालसा सम्मत, उन्होंने भी शहनशाह सम्मत नूं सर्वश्रेष्ठ मन्या है। उन्होंने दोहां ने भी उस नेक कलंक के आगमन की गल की और यह सम्मत नेक कलंक ने चलाया। गुरु नानक देव कहते हैं नेक कलंक हुए उतर सी, जमेगा नहीं मरेगा नहीं। महाबली अवतार ਉਹਦੇ जिन्ना होर कोई शक्तिशाली नहीं होवेगा जिहड़ा ਉਹਦੇ सम्मत ਨੂੰ खत्म कर सकेगा। वो जुग जुग रक्षा करता, पता नहीं कब तक ये सम्मत चलेगा। समय की चाल ना पूरी दुनिया भले जावे पर उसने चलाने वाला शहनशाह सदा रहिंदा है। नानक गोविंद मैनू मन्या सालस। सारे धर्मां दे अंदर इंसाफ करने वाला सालस जिहड़ा इंसाफ करे वो शहनशाह सम्मत है। रामा कृष्णा रात तकाई हा, वो भी ऐसे सम्मत की उड़ीक करते रहे कि कदों नेक कलंक आएगा, कदों वो अपना सम्मत जारी करेगा। जगत उदाहरण भगतां पै सुहारन, प्रभ की आदत है। असी हुण दूसरे धर्मां दे चलाए हुए सम्मत हैं। क्या राम या कृष्ण जी का चलाए हुए सम्मतां दे बारे असी कह सकते हैं कि उन्हां दे अंदर इंसाफ होएगा? हुणे तुसी देखिया कि वो राम जी दे मंदिर के बारे झगड़ा पिया है, इंसाफ नहीं गा। दियाँ तज गए, लोगों ने उन्होंने ना दे मंदिर बनाते सजदे करते, पर इत्थे किसी प्राणी के नां ते सम्मत नहीं चलेगा। ये तो परमेश्वर आजादी सृष्टि बनी है, दादी परमेश्वर की होंद आ। ते कहते हैं ये सम्मत उसने चलाया जिसकी आदत जो वो कार्य करता वो जगत उदाहरण, वो आया जगत का उद्धार करने। असी कृष्ण महाराज का नाम बहुत पढ़ते हैं। वो गौआं का ग्वाला क्या गया, ग्वाला क्या गया, सारे जगत का नहीं। एक बारी सतगुरु पूरन सिंह जी राजस्थान गए, राह दे विच एक शहर आउंदा, उत्थे महाराज जी कार खिलार के बाजार दे विच कुछ खरीदना सी, खड़े हो गए। एक गां आई, उसने आन के महाराज पूरन सिंह के मोढे के उत्ते अपना मूँह जिहड़ा सी वो रख दिता। महाराज जी प्यार दिता, वो गां चले गए। ਉਹਦੇ जान तो बाद नाजर सिंह कहने लगा, सच्चे पातशाह ये गां आई, इसने आप जी के कंधे ते अपना मूँह रखा, तुसी प्यार दिता, चले गए। इसका कारण की? महाराज कहने लगे, एक कृष्ण महाराज दे वेले दी एक गोपी सी,
कृष्ण महाराज ने इस कोलों दुध या मक्खन मंगया। इसने कहा नहीं है। तो कृष्ण महाराज कहने लगे चंगा फिर तू दुध तो सखड़ी फिरिया करेगी। ये गांव इसने अपना किसी बच्चे नूं जन्म नहीं दिता, ये थना च दुध नहीं आया, घरदियां ने डंडे मार के बाहर कर दिता। सदा किस गल दी? ये झूठ मारिया कि मेरे को दुध है नहीं। असीं किन्ने झूठ मारदे? सानू तो बहुत ये कहते हैं कि वो तो सर साडा ही सीगा। महाराज कहते साडा नहीं, जगत उदाहरण। क्या गां का उद्धार करने लई वो गां घुमदी घुमादी द्वापर दे वेले भी सच्चे पातशाह दे को आके अपना मूँह अगे कर देवे कि हुण मैनू बख्श ला, मैं झूठ मारिया सी। आपां किन्ना झूठ मारते हैं? इनकार कर सकते कि झूठ नहीं मारते? वो जगत उदाहरण सारे जीव जंत उसका हुक्म मनना चाहते हैं, अपना उद्धार 84 चों बेड़ा पार कराना चाहते हैं। जिन्होंने मसीह मत्थे टेकते हैं उन्होंने तो भी नहीं पता उन्होंने अपना भी उद्धार होएगा कि नहीं होएगा। महाराज कहते ये अकाल संबत कहता अकाल पुरख जो आता वो जगत का उद्धार, जगत दे इंसानों का बेड़ा पार करना होता। जगत उदाहरण फिर उन्होंने विचों भगतां पैज सवार, सारियां दी नहीं पैज सवारदा। और वो भाषण जो सच्चे पातशाह दिता गया 26 बोधे, जेड़ा इस बाणी नूं झूठ पांदा दरबार चों बाहर निकल जाए। ना मेरे मत्थे लगे, ना मैं उहदे मत्थे लगना चाहना। फिर कहना ही पैज सवारी भगतां दी। भगत कौन? जिन्हां दी बनतर अकाल पुरख ने बनाई। बनतर बनाउण लग्गिया अकाल पुरख नूं जो चंगा लगा उन्हें भगतां दे विच वो गुण पाता। कि असीं उस गुण दा संचार किया अपने जीवन च। महाराज कहते भगत उदाहरण, जगत उदाहरण, भगतां पैज सवारन, प्रभ दी आदत। फिर तो सारा सृष्टि है महाराज घूमते रहे। पहला महाराज शेर सिंह बन के, फिर महाराज पूर्ण सिंह बन के। कि जितने भी कई कहते जी जिसने शब्द है कि जिसने गुरु नानक देव का दर्शन कर लिया बेड़ा पार हो जाए। कि सारे जिन्होंने महाराज पूर्ण सिंह या महाराज शेर सिंह का दर्शन किया जगत नेत्रा नाल। दर्शन करने के दो अर्थ है। एक अपने अंतर आत्मा के नेत्र दे नाल, एक जग नेत्रां दे नाल। जगत नेत्रां दे नाल दर्शन सफल नहीं है। जदों आत्मा करके करते हैं वो सफल हुंदा आ। ते अकाल पुरख की आदत आ कि वो भगतां दी पैज रखना हुंदा है। पर महाराज ने बाणी च आख्या कि जे असी कहिए सारे भगत हैं तो महाराज ने आख्या सारी जबरन भरती है। भगत बनाए जबरी, कदी कदी सिख शब्द पढ़ते किते आपां भी जबरी भर्ती दे विच ना आ जाएंगे कि असीं कुछ कर्म भी करिए। जे कर्म नहीं करांगे तो असीं जबरी भर्ती हो गए। और फिर जो जबरी भर्ती हुंदी
ਉਹਨਾਂ ਨੂੰ ਸਰਵਿਸ ਚੋਂ ਪਹਿਲਾਂ ਹੀ ਰਿਟਾਇਰ ਕਰ ਦਿੱਤਾ ਜਾਣਾ। ਮਹਾਰਾਜ ਕਹਿੰਦੇ ਹਨ ਇਹ ਪਰਮਾਤਮਾ ਦੀ ਆਦਤ ਆ ਕਿ ਉਹ ਜਗਤ ਦਾ ਉਧਾਰ ਕਰਨ ਆਉਂਦਾ, ਭਗਤਾਂ ਦੀ ਪੈ ਸਵਾਰਨ ਆਉਂਦਾ, ਪਰ ਉਹ ਇਹ ਨਹੀਂ ਕਰਦਾ ਕਿ ਇਹ ਕੌਣ ਹੈ ਕੌਣ ਨਹੀਂ। ਅਸੀਂ ਲੋਕ ਇਹ ਸਮਝਦੇ ਹਾਂ ਕਿ ਗੁਰੂਆਂ ਪੀਰਾਂ ਦੀ ਆਦਤ ਦੇ ਨਾਲ ਔਲਾਦ ਦੇ ਨਾਲ ਪਰਮਾਤਮਾ ਰਿਆਇਤ ਵਰਤਦਾ, ਪਿਰਥੀ ਦੇ ਨਾਲ ਰਿਆਇਤ ਵਰਤੀ। ਹਰਗੋਬਿੰਦ ਸਾਹਿਬ ਨੂੰ 3 ਵਾਰੀ ਜ਼ਹਿਰ ਦੇਣੀ ਚਾਹੀਦੀ, ਤੀਰ ਮੰਨਿਆ ਰਿਆਇਤ ਵਰਤੀ। ਗੁਰੂ ਤੇਗ ਬਹਾਦਰ ਨੂੰ 6 ਮਸੰਦ ਨੂੰ ਕਿਹਾ ਗੋਲੀ ਮਾਰ ਕੇ ਮਾਰ ਦੇ, ਉਹ ਰਿਆਇਤ ਨਹੀਂ ਕਰਦਾ। ਔਰ ਸਾਰੇ ਜਾਣਦੇ ਹੈ ਕਿ ਰਾਮ ਰਾਏ ਨੇ ਇਹ ਗੱਲ ਕਰਨੀ ਚਾਹੀਦੀ ਸੀ ਦਸਮ ਪਾਤਸ਼ਾਹ ਦੇ ਨਾਲ, ਤੇ ਜਿਤਨੇ ਮਸੰਦ ਸੀ ਉਹਨਾਂ ਨੂੰ ਦੇਹਰਾਦੂਨ ਅੱਗ 'ਚ ਪਾ ਪਾ ਕੇ ਸਾੜ ਦਿੱਤਾ। ਕੀ ਅਸੀਂ ਵੀ ਮਸੰਦਾਂ ਦੇ ਹੱਥਕੰਡੇ ਤੇ ਨਹੀਂ ਬਣ ਗਏ? ਸਾਨੂੰ ਫਲਾਣੇ ਨੇ ਕਿਹਾ ਜਿਸ ਉਹ ਗੱਲ ਮੰਨ ਲਈ, ਸਾਨੂੰ ਫਲਾਣੇ ਨੇ ਕਿਹਾ ਉਹ ਗੱਲ ਮੰਨ ਲਈ, ਤੇ ਜੋ ਸਤਿਗੁਰਾਂ ਨੇ ਕਿਹਾ ਉਹ ਕਿਵੇਂ ਮੰਨੀਏ? ਮਹਾਰਾਜ ਕਹਿੰਦੇ ਅਦਲ ਹੈ ਇੱਕੋ ਇੱਕ ਜਣਾ ਹੀ ਹਮ। ਫਿਰ ਅਸੀਂ ਕਹਿੰਦੇ ਇਹ ਬਾਬਾ ਇਹਨੂੰ ਮੱਥਾ ਟੇਕੋ, ਇਹ ਫਲਾਣਾ ਬਾਬਾ ਇਹਨੂੰ ਮੱਥਾ ਟੇਕੋ, ਸ਼ਾਇਦ ਸਾਡਾ ਬੇੜਾ ਪਾਰ ਕਰਾ ਦਊਗਾ। ਹੈ ਗੁਰਮੁਖ ਜਨੋ, ਜੇ ਇਹੀ ਗੱਲ ਹੁੰਦੀ ਕਿ ਉੱਥੇ ਕੋਈ ਵਕੀਲ ਹੁੰਦਾ ਜਿਹੜਾ ਸਾਡਾ ਬੇੜਾ ਪਾਰ ਕਰਾ ਦਿੰਦਾ, ਤੇ ਫਿਰ ਗੁਰੂਆਂ ਪੀਰਾਂ ਕੀ ਲੋੜ ਪੈ ਗਈ? ਮਹਾਰਾਜ ਕਹਿੰਦੇ ਹਨ ਜਿਸ ਦੇ ਦੁਆਰੇ, ਉਹਦੇ ਬੂਹੇ ਤੇ, ਉਹਦੇ ਘਰ ਨਹੀਂ, ਉਹਦੇ ਬੂਹੇ ਤੇ ਅਨੇਕਾਂ ਬੈਠੇ ਆ। ਜਿਸ ਦੇ ਦੁਆਰੇ ਬੁਕਲਾ ਕਰੇ ਨਾ ਕੋਈ ਵਕਾਲਤ ਹੈ। ਸਾਡੇ ਵੀ ਸੰਗਤ ਬਥੇਰੇ ਹੁਣ ਵਕੀਲ ਬਣ ਗਏ। ਇਹਨੂੰ ਕਹਿ ਦਿਓ ਉਹ ਸਿਫਾਰਿਸ਼ ਕਰ ਦਿਓ, ਇਹ ਉਹਦਾ ਕਈਆਂ ਨੇ ਕਹਿ ਦਿੱਤਾ ਸਾਡੇ 'ਚ ਜੋਤ ਆਉਂਦੀ ਹੈ, ਕਈਆਂ ਨੇ ਕਹਿ ਦਿੱਤਾ ਅਸੀਂ ਉਹਦੇ ਧੀਆਂ ਪੁੱਤਰ ਹਾਂ। ਮਹਾਰਾਜ ਨੇ ਕਿਹਾ ਮੇਰੇ ਤੱਕ ਪੁੱਜਣ ਲਈ ਕਿਸੇ ਦੀ ਸਿਫਾਰਿਸ਼ ਨਹੀਂ ਚੱਲਦੀ, ਅਸੀਂ ਸਿਫਾਰਿਸ਼ ਹੀ ਲੱਭਦੇ ਹਾਂ। ਜਿਸ ਦੇ ਦੁਆਰੇ ਬੁਕਲਾ ਕਰੇ ਨਾ ਕੋਈ ਵਕਾਲਤ ਹੈ, ਆਪਣਾ ਹੁਕਮ ਨਾ ਕੋਈ ਦਰੜਾਈ ਹੈ। ਮੈਨੂੰ ਫਿਰ ਗੱਲ ਯਾਦ ਆ ਗਈ, ਭਲਾਈ ਪਰ ਕਹਿਣ ਲੱਗੇ ਫਲਾਨਾ ਤੇ ਕਰਦਾ ਹੈ, ਅਸੀਂ ਇਸ ਤਰ੍ਹਾਂ ਕਰਕੇ ਸਤਸੰਗ ਕਰਨਾ ਚਾਹੁੰਦੇ, ਫਲਾਨਾ ਇੰਝ ਕਰਦਾ, ਅਸੀਂ ਇਸ ਤਰ੍ਹਾਂ ਸਤਸੰਗ ਕਰਨਾ ਚਾਹੁੰਦੇ। ਇਹ ਕਿਉਂ ਨਾ ਆਖਿਆ ਕਿ ਸੱਚੇ ਪਾਤਸ਼ਾਹ ਸਾਨੂੰ ਇਹ ਆਖਿਆ ਅਸੀਂ ਉਹ ਕਰੀਏ? ਉਹ ਸਤਸੰਗ ਕਰਨ ਲੱਗੇ ਸੀ ਕਿ ਆਪਣੀ ਮਨਾਂ ਘੋਟਣ ਲੱਗੇ ਸੀ। ਉੱਥੇ ਆਪਣਾ ਕਿਸੇ ਪ੍ਰਾਣੀ ਦਾ ਹੁਕਮ ਨਹੀਂ ਚੱਲਦਾ, ਉੱਥੇ ਹੁਕਮ ਸੱਚੇ ਪਾਤਸ਼ਾਹ ਦਾ ਚੱਲਦਾ। ਔਰ ਉਹਦੇ ਹੁਕਮ ਜਾਣਨ ਲਈ ਸਾਨੂੰ ਬਾਣੀ ਪੜ੍ਹਨੀ ਪਵੇਗੀ, ਵਿਚਾਰ ਕਰਨੀ ਪਵੇਗੀ। ਆਖੋ ਕਿ ਬਾਣੀ 'ਚ ਲਿਖਿਆ ਹੈ, ਅਸੀਂ ਇਸ ਰੂਪ 'ਚ ਸਤਸੰਗ ਕਰਨਾ ਚਾਹੁੰਦੇ ਹਾਂ, ਫਿਰ ਇਨਕਾਰ ਕੋਈ ਕਿਆ ਕਰੂਗਾ? ਹੁਕਮ ਨਾ ਕੋਈ ਦਰੜਾਈ ਯਹਾਂ ਸਦੀ 20 21 ਅੰਤਮ ਕਹਿ ਕੇ ਗਿਆ ਹਮ। 20 21 ਅਸੀਂ ਇਸ ਨੂੰ 2021 ਕਹਿੰਦੇ ਹਾਂ। ਹੁਣ ਤੇ 20 ਤੋਂ ਉੱਤੇ ਚਲੀ ਗਈ ਹੈ, ਦੇਸੀ ਜਿਹੜੀ ਆ ਲਗਭਗ ਪੂਰੀ ਹੋਣ ਵਾਲੀ ਹੈ। 20 ਇਹਦੀ ਵਿਆਖਿਆ ਬਾਣੀ ਦੇ ਅੰਦਰ ਆ, ਉਹ ਨਿਰਗੁਣਤਾਰ, ਉਹ ਸਰਗੁਣਤਾਰ ਦੁਆ, ਉਹਦਾ ਵੀ ਸਾਨੂੰ ਪਤਾ ਨਹੀਂ ਲੱਗਦਾ। ਤੇ 21 ਉਹ ਜਿਹੜਾ ਇੱਕ ਦੂਆ ਬਣਦਾ, ਉਹਦਾ ਸਾਨੂੰ ਕੀ ਪਤਾ ਲੱਗੇ? ਉਹ ਅਕਾਲ ਪੁਰਖ
ਜਦੋਂ ਉਹ ਸਰਗੁਣ ਬਣ ਕੇ ਆਉਂਦਾ, ਦੂਆ ਬਣ ਕੇ ਆਉਂਦਾ, ਸਾਨੂੰ ਉਹਦੀ ਸੋਝੀ ਨਹੀਂ ਆਉਂਦੀ ਹੈ ਕੀ ਕਰੇਗਾ। ਤੇ ਜਿਹੜਾ ਅਕੀਸ ਸਰਗੁਣ ਬਣਿਆ ਇੱਕ ਤੋਂ, ਇੱਕ ਓਂਕਾਰ, ਜਦੋਂ ਸਰਗੁਣ ਦੀ ਖੇਡ ਕਰਕੇ ਮਾਤ ਲੋਕ ਚਾਹੁੰਦਾ ਕਿ ਅਸੀਂ ਉਹਨੂੰ ਸਮਝ ਆਵਾਂਗੇ, ਅਸੀਂ ਉੱਥੇ ਵੀ ਆਪਣੀ ਮਨਮਤ ਕੁੱਟਦੇ ਹਾਂ। ਸਦੀ 20 21 ਅੰਤਮ ਕਹਿ ਕੇ ਗਿਆ ਗੁਰ ਅਵਤਾਰ ਪੀਰ ਪੈਗੰਬਰ, ਅੱਗੇ ਕੋਈ ਨਾ ਕਰੇ ਕਿਸੇ ਸਿਫਾਰਿਸ਼ ਹੈ। ਜਦੋਂ ਵੀ ਕੋਈ ਨਿਰਗੁਣ ਸਰਗੁਣ ਧਾਰ ਪਰਮਾਤਮਾ ਦੀ ਮਾਤ ਲੋਕ ਅੰਦਰ ਪ੍ਰਗਟ ਹੋਈ, ਉਹਨਾਂ ਇੱਕੋ ਗੱਲ ਕਹੀ ਕਿ ਰੱਬ ਦੇ ਦਰ ਦੇ ਉੱਤੇ ਕਿਸੇ ਦੀ ਸਿਫਾਰਿਸ਼ ਨਹੀਂ ਚੱਲੇਗੀ। ਸਾਡੇ ਤੇ ਜਣਖਣਾ ਸਿਫਾਰਿਸ਼ੀ ਬਣ ਗਏ। ਮੈਂ ਫਲਾਣੇ ਨੂੰ ਮੱਥੇ ਟੇਕਦਾ, ਮੇਰੀ ਸਿਫਾਰਿਸ਼ ਕਰ ਦਿਓ। ਮੈਂ ਫਲਾਣੇ ਨੂੰ ਮੱਥੇ ਟੇਕਦਾ, ਮੇਰੀ ਸਿਫਾਰਿਸ਼ ਕਰ ਦਿਓ। ਮਹਾਰਾਜ ਕਹਿੰਦੇ ਉੱਥੇ ਤਾਂ ਕਿਸੇ ਦੀ ਸਿਫਾਰਿਸ਼ ਚੱਲਦੀ ਨਹੀਂ। ਫਿਰ ਕਦੀ ਇਹ ਵੀ ਸੋਚਿਆ ਕਿ ਅਗਰ ਕਿਸੇ ਪ੍ਰਾਣੀ ਦੀ ਸਿਫਾਰਿਸ਼ ਨਹੀਂ ਚੱਲਦੀ ਤੇ ਸਿਫਾਰਿਸ਼ ਚੱਲਦੀ ਕਿਹਦੀ ਆ? ਉਹ ਇੱਕ ਓਂਕਾਰ ਦੀ ਚੱਲਦੀ ਹੈ। ਫਿਰ ਇੱਕ ਓਂਕਾਰ ਦੇ ਅੱਗੇ ਜੋਦੜੀ ਕਰ ਲੈਣਾ। ਕੋਈ ਨਾ ਕਰੇ ਕਿਸੇ ਸਿਫਾਰਿਸ਼ ਹੈ। ਅਸੀਂ ਸਾਧਾਂ ਸੰਤਾਂ ਗੁਰੂਆਂ ਪੀਰਾਂ ਨੂੰ ਇਸ ਲਈ ਮੰਨਦੇ ਕਿ ਸਾਨੂੰ 84 ਨਾ ਮਿਲੇ। ਆਪਾਂ ਵੀ ਇਕੱਠੇ ਇਸ ਲਈ ਹੋਏ ਹਾਂ ਕਿ ਸ਼ਾਇਦ ਸਾਧ ਸੰਗਤ ਸਥਾਨ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਹੈ। ਸਾਧ ਸੰਗਤ ਸਥਾਨ ਜਗਮਗ ਨੂਰ ਹੈ। ਜਿੱਥੇ ਸੰਗਤ ਇਕੱਠੀ ਹੁੰਦੀ ਆ ਉੱਥੇ ਅਕਾਲ ਪੁਰਖ ਦੀ ਜੋਤ ਦਾ ਪ੍ਰਕਾਸ਼ ਹੁੰਦਾ ਹੈ। ਤੇ ਜਿੱਥੇ ਕਿਸੇ ਪ੍ਰਾਣੀ ਦੀ ਸੰਗਤ ਇਕੱਠੀ ਹੋਵੇਗੀ ਉੱਥੇ ਅਕਾਲ ਪੁਰਖ ਦੀ ਜੋਤ ਦਾ ਪ੍ਰਕਾਸ਼ ਨਹੀਂ ਹੋਵੇਗਾ। ਫਿਰ ਉੱਥੇ ਪ੍ਰਕਾਸ਼ ਤੇ ਮਨ ਮੱਧਦਾ ਹੈ। ਸਾਧ ਸੰਗਤ ਜਿੱਥੇ ਕੇਵਲ ਇੱਕ ਓਂਕਾਰ ਦਾ ਪੂਜਨ ਹੁੰਦਾ, ਜਿੱਥੇ ਕੇਵਲ ਇੱਕ ਓਂਕਾਰ ਦੀ ਸ਼ਰਨ ਤੱਕੀ ਜਾਂਦੀ ਆ, ਉਹ ਸਾਧ ਸੰਗਤ ਆ। ਔਰ ਇਹੋ ਜਿਹੀ ਸਾਧ ਸੰਗਤ ਉੱਥੇ ਪਰਮਾਤਮਾ ਦੀ ਜੋਤ ਦਾ ਪ੍ਰਕਾਸ਼ ਹੁੰਦਾ ਆ। ਉੱਥੇ ਮਨਮਤੀਆਂ ਦਾ ਇਕੱਠ ਹੋਵੇ, ਉੱਥੇ ਜੋਤ ਦਾ ਪ੍ਰਕਾਸ਼ ਨਹੀਂ ਹੁੰਦਾ। ਔਰ ਮਹਾਰਾਜ ਕਹਿੰਦੇ ਹਨ ਸਦੀ 20 21 ਅੰਤਮ ਕਹਿ ਕੇ ਗਿਆ ਗੁਰ ਅਵਤਾਰ ਪੀਰ ਪੈਗੰਬਰ ਹੈ। ਅੱਗੇ ਕੋਈ ਨਾ ਕਰੇ ਕਿਸੇ ਸਿਫਾਰਿਸ਼ ਹੈ। ਜਿਹੜਾ ਵੀ ਗੁਰੂ ਪੀਰ ਆਖਿਆ ਉਹਨਾਂ ਨੇ ਜਿਤਨੀ ਉਹਨਾਂ ਨੂੰ ਸਮਰੱਥਾ ਮਿਲੀ ਉਤਨਿਆਂ ਦੀ ਅੱਗਾਂ ਸਿਫਾਰਿਸ਼ ਕਰ ਗਏ। ਉਹਨਾਂ ਤੋਂ ਬਿਨਾਂ ਦੂਜਾ ਕੋਈ ਸਿਫਾਰਿਸ਼ ਨਹੀਂ ਕਰ ਸਕਦਾ। ਕੋਈ ਨਹੀਂ ਕਹਿ ਸਕਦਾ ਕਿ ਮੈਂ ਤੁਹਾਡਾ 84 ਕਟਵਾ ਦਿਆਂਗਾ। ਬੰਦੀਖਾਨੇ 84 ਨੂੰ ਕਹਿੰਦੇ। ਬਾਰ ਬਾਰ ਇਹ ਤਨ ਵਜੂਦ ਦੇ ਅੰਦਰ ਆਤਮਾ ਦਾ ਆਉਣਾ, ਇਹ ਬੰਦੀਖਾਨਾ। ਬੰਦੀਖਾਨੇ ਵਿੱਚੋਂ ਬਾਹਰ ਨਾ ਕੋਈ ਕਢਾਈ ਹਾਂ। ਕਿਸੇ ਨੂੰ ਵੀ ਸਮਰੱਥਾ ਨਹੀਂ ਦਿੱਤੀ ਅਕਾਲ ਪੁਰਖ ਨੇ ਕਿ ਸਾਨੂੰ ਉਹ 84 ਚੋਂ ਬਾਹਰ ਕੱਢ ਸਕੇ। ਜਿੱਥੇ ਸਤਿਗੁਰ ਸ਼ਬਦ ਹੈ, ਸ਼ਬਦ ਧਾਰ ਹੈ, ਉਹਨਾਂ ਨੂੰ ਤਾਂ ਜ਼ਰੂਰ ਬਖਸ਼ਿਸ਼ ਹੈ। ਪਰ ਜਿਹਨਾਂ ਕੋਲ ਸ਼ਬਦ ਦੀ ਧਾਰ ਨਹੀਂ ਉਹਨਾਂ ਨੂੰ ਇਹ ਬਖਸ਼ਿਸ਼ ਨਹੀਂ ਮਿਲੀ। ਅਗਰ ਕੋਈ ਇਹ ਕਹਿੰਦਾ ਕਿ ਮੈਨੂੰ ਬਖਸ਼ਿਸ਼ ਹੈ, ਤੁਹਾਨੂੰ ਕਹੋ ਇਹ ਗ੍ਰੰਥ ਜਿਹੜੇ ਆ ਪਹਿਲੇ ਗ੍ਰੰਥੋਂ ਉਚਾਰਨ ਕਰਨਾ ਸ਼ੁਰੂ ਕਰ ਦੇਣ। ਇੱਕ ਕਾਦਰਾਬਾਦ ਦਾ ਸਿੱਖ ਸੀਗਾ, ਉਹਦਾ ਨਾਂ ਜਗੀਰ ਸਿੰਘ ਸੀ। ਉਹ ਵੀ ਬੜੀ ਆਪਣੀਆਂ ਟੱਪਣੀਆਂ ਮਾਰਦਾ ਸੀ। ਕਹਿੰਦਾ ਸੀ ਮੇਰੇ 'ਚ ਜੋਤ ਆ ਗਈ, ਮੈਂ ਸ਼ਬਦ ਉਚਾਰਨ ਕਰਦਾ। ਜੇਠੂਵਾਲ ਦਰਬਾਰ ਦੀ ਗੱਲ ਹੈ। ਉਹ ਇਸੇ ਤਰ੍ਹਾਂ ਰੌਲਾ ਪਾ ਰਿਹਾ ਸੀ। ਕਿਸੇ ਨੇ ਕਹਿ ਦਿੱਤਾ ਕਿ ਜਗੀਰ ਸਿੰਘ ਪਹਿਲੇ ਗ੍ਰੰਥੋਂ ਸੁਣਾਉਣਾ ਸ਼ੁਰੂ ਕਰ ਦੇ ਔਰ ਜਿੱਥੇ ਜਿੱਥੇ ਗਲਤੀ ਹੋਈ ਠੀਕ ਕਰ ਦਾਂਗੇ, ਅਸੀਂ ਤੈਨੂੰ ਗੁਰੂ ਮੰਨਾਂਗੇ। ਅੱਖਾਂ ਖੋਲ੍ਹ ਕੇ ਕਹਿ ਗਿਆ ਮੈਨੂੰ ਹੁਕਮ ਨਹੀਂ ਗਾ। ਤੇਰੇ ਪੱਲੇ ਹੀ ਕੁਝ ਨਹੀਂ, ਹੁਕਮ ਕਿੱਥੋਂ ਹੋ ਗਿਆ? ਅਗਰ ਸੱਚੇ ਪਾਤਸ਼ਾਹ ਸਾਨੂੰ ਹਰ ਬਾਣੀ ਦੇ ਲੜ ਲਾਤਾ, ਹਰ ਬਾਣੀ ਤੋਂ ਬਿਨਾਂ ਹੁਣ ਕੋਈ ਬੇੜਾ ਪਾਰ ਨਹੀਂ ਕਰ ਸਕਦਾ। ਕੋਈ ਨਾ ਕਰੇ ਕਿਸੇ ਸਿਫਾਰਿਸ਼ ਹੈ।
बंदी खाने विचों बाहर न कोई कढ़ाई यहाँ 84 तो खैड़ा छुड़ाना ये तो गुरुआं पीरां दी भी मुश्किल है। वो भी गां ते गां अगे तातीर पा जाते छुट्टी कर देंगे कि हुण फलाना बेड़ा पार कर दू हुण फलाना। किन्ने गुरुआं ने किन्नियां दा बेड़ा पार किया। बाणी च है कि गुरु नानक देव ने 14 सिखां दा बेड़ा पार किया। 26 साल संसार दा भरमण किया, उपदेश दिता और उस 26 साल के अंदर सिर्फ 14 का कल्याण होया। फिर गां तो गां चलते गए। फिर गुरु गोबिंद सिंह जी ने 91 का कल्याण किया। जिस दिन आनंदपुर अमृत छकाया उत्थे औरंगजेब का अखबार नवीस उत्थे दी इतलाह देने वाला उन्हें आख्या आनंदपुर 90,000 सिख इकट्ठा सी। 90,000 जेडे घर च बैठे अलग। 90,000 चों सिर्फ 5 जिन्हों प्यारे सदे हैं वह कल्याण है। 90,000 चों जिस वेले 10वें पातशाह प्यारियां तो अमृत छकिया ते आख्या कि यह जड़ा अमृत आ ये संगत नूं छका दिओ। बाणी च आ कलयुग आया कहन लगा महाराज मेरा समा आया, मैं किसी के मूँह च नहीं पैण देंगा कोई धोखा। जदों किसी नूं वो 10वें पातशाह जी का बनाया अमृत छकाउण लगदे कलयुग अगे हो के पी जाता। जदों उन्होंने देखा कि यह कलयुग का वारा पै रहा साड़ी भी नहीं चलन देती तो 10वें पातशाह बाटी लैके जिस अमृत बनाया सी बाटे च उन्होंने 5-7 वारी मांज के धोता ताकि ये अमृत की खुरचन तक ना रह जाए। अज भी असीं देखते हैं गुरधामां दे अंदर अमृत छकाया जाता। सच्चे पातशाह सानू भी अमृत छकाया से। टब सी उस दे विच बैठ गए, इशनान किया और क्या ये अमृत बन गया। सारी संगत नूं छकाया गया। फिर कहने लगे हुण सानू भी छक। असीं अमृत चुल्लियां ते भरिया। जब सच्चे पातशाह जी ने किसी सिख ने कहा कि अगर तुसीं पीना चाहते चुल्ली करो, कहने लगे मैं सतगुरु हाँ मैं चुल्ली हथ मंग के नहीं करांगा। उन्हें क्या हम पा दे। उन्हें इस तरह हथ किया। अज साडे भी उंगलां ला के अमृत बनाते हैं। अमृत बन गया। कोई कलाम पढ़ ली कह के कहता अमृत बन गया। कलामां नाल अमृत नहीं बनते ते ना ही वो सानू इस 84 के बंदी खाने चों बाहर कढ़ा सकते आ। बंदी खाने विचों बाहर ना कोई कढ़ाई आ ज्योति जो स्वरूप हर आप अपनी कृपा कर लिखा अपने हथ रखाई आ। ये अमृत की दात देना, अमृत की दात बख्शना, किसी नूं 84 चों कढ़ना लेखा अपने ये अकाल पुरख दे अपने हथ आ। और असीं इत्थे पंज तत्ती जीवां दे अगे हथ अड़दे आ सानू अमृत बना दो। उंगल ला के कहते अमृत बन गया। इस तो होर वड्डा सच्चे पातशाह नाल की मखौल हो सकता। महाराज कहते सम्मत कहे उठ साजुग मीत है। साजुग दे ते सत दा वरतारा हुंदा कि साडी संगत सत दा वरतारा है। पहला चेतर तैनू दया जनाई आ मेरे नाल मिल के गा लै उस प्रभु दा गीत है। फिर बाणी सच्चे पातशाह जी की बाणी संगत च पढ़ियो।
और एक बारी वो सिख बाहर रहिंदा, उन्होंने घर गए, वो कहना मैं शब्द पढ़ना पड़े, उन्हें पहलियां पंक्तियां पढ़िया, मैं के बंद कर दी। ये हरबाणी का शब्द नहीं, ये तेरा बनाया हुआ। मैनू कहने लगे जी सच्चे पातशाह क्या पढ़, मैं क्या वो जो मर्जी पढ़ा दें, जो मर्जी कह दें कर दो, सर्वज्ञ सन। पर संगत नूं हुक्म यह कि मेरी संगत विच केवल मेरे ही लिखाए हुए शब्द पढ़े, वो जो मर्जी कर दे, जो हुक्म हो गया संगत विच केवल वही शब्द पढ़ना, मेरे नाल मिल के गा लै उस प्रभु का गीत। इत्थे बाणी केवल उस सतगुर की पढ़ी जानी चाहिए है, किसी का बनाया होया गीत नहीं। मेरे नाल मिल के गा लै उस प्रभु का गीत है। असी कहने कीर्तन सुनने, मैनू भी आदत है सवेरे शामी कीर्तन होता, गुरु ग्रंथ साहिब की बाणी पढ़ी जानी, सुन ली दे। मंदिर च अजान देंदे आ, अजान बांग नूं सददे आ, मसीत दे उत्ते चढ़ के मुल्ला अजान दिंदा अल्लाहू अकबर, वो 3-4 बारी कहंदा। अकबर मैंने बड़ा हुंदा, परमात्मा तो वड्डा कोई नहीं, परमात्मा तो वड्डा कोई नहीं 4-5 बारी कह के कहंदा आओ सारे इकट्ठे हो के उस परमात्मा का ढोला गाइए कि परमात्मा तो वड्डा कोई नहीं। और साडे 5 तत्ती जीवां नूं ये मान असी मूर्खां ने देना शुरू करता, ये साडा कल्याण करना है। जिहड़ा मंदिरां दे विच बाणियां पढ़ियां जांदियां, मंदिर मसीत विचों हथ किसे ना आई आ, जिहड़े गुरुद्वारियां च मंदिरां च बैठ के अजाना दिंदे आ, कीर्तन करते आ, उन्हां दे गाण नाल शब्द पढ़न दे नाल अज तक उन्होंने किसी नूं परमात्मा की प्राप्ति नहीं हुई। फिर असी किस तरह किस रूप च पढ़ते हैं? कि साडी भी तमन्ना पूरी हो जाएगी कि असी भी कहांगे सानू परमात्मा का मेल मिल गया, परमात्मा दे नाल। महाराज कहते असी मंदिर इट्टां पत्थरां नूं सददे हां, असी गुरुद्वारे इट्टां पत्थरां नूं सददे हां। हे गुरमुख जनो, मुसलमान का तन वजूद भी मसीत है, सिख का तन वजूद भी गुरुद्वारा है, तो संगते तुहाडा तन वजूद ही भगत द्वार है। कि इस भगत द्वार दे विच तुसीं उस्तत अकाल पुरख दी कीती आ जां मनमत दी कीती आ? असी कहने कि असी ढोला गा लिया, असी ढोला नहीं गाया। असी अपनी क्या कि मैं इतनी बारी पाठ किया, मैं किया, उन्होंने कभी कहने क्या गुरुआ पीरा कसी किया, उन्होंने तो ओदी रहमत दी सिफत की है कि तेरी बदौलत असी तेरा नाम साड़ी जबान ते आया। असी क्या मैं पाठ किया, हौमे आ गई, हौमे आने दे नाल असी अपना सब कुछ गवा बैठे। किसे हथ किसे ना आई आ जो हर घट वसिया सारिਆਂ ਦੇ अंदर वसिया। असी कहने मैं 5 बारी पातशाह जी हुक्म किया कि 5 बारी सवेरे शामी नाम ला लियो, पर असी कहने मैं ना लिया, 5 बारी ना लिया। पर महाराज कहते हैं जो हर घट बसिया ऊच नीच है। साडे भी मैं सुनिया अज असी जाने
सत्संगां च जाने आ, ਜਿਹੜੇ ਗੁਰਪਰਿਵਾਰ ਹੁੰਦੇ ਉਹਨਾਂ ਨੂੰ ਅੱਗੇ ਬਿਠਾਇਆ ਜਾਂਦਾ। ਤੇ ਫਿਰ ਤੁਸੀਂ ਕੌਣ ਆ? ਤੁਸੀਂ ਗੁਰਪਰਿਵਾਰ ਨਹੀਂ। ਜਿਹੜਾ ਉੱਥੇ ਆ ਗਿਆ ਉਹ ਗੁਰਪਰਿਵਾਰ 'ਚ ਸ਼ਾਮਲ ਹੋ ਗਿਆ। ਤੇ ਜੇ ਕਹੀਏ ਅਚੇਚਾ ਉਹ ਆਦਮੀ ਗੁਰਪਰਿਵਾਰ 'ਚ ਆ ਤੇ ਬਾਕੀ ਕੌਣ ਹੋਏ? ਉਹ ਤੇ ਸਾਰਿਆਂ 'ਚ ਵਸਦਾ ਅਕਾਲ ਪੁਰਖ, ਤੇ ਸਾਰੇ ਉਹਦੇ ਭਗਤ ਜਿਨ੍ਹਾਂ ਨੂੰ ਸੋਝੀ ਆ ਗਈ ਕਿ ਸਾਡੇ ਅੰਦਰ ਅਕਾਲ ਪੁਰਖ ਦਾ ਵਸੇਰਾ ਆ। ਚਾਹੇ ਉਹ ਉੱਚਾ, ਚਾਹੇ ਉਹ ਰਾਓ ਰਾਜਾ ਆ, ਚਾਹੇ ਰੰਕ ਗਰੀਬ ਆ, ਉਹ ਸਾਰਿਆਂ 'ਚ ਸਮਾਇਆ ਹੋਇਆ। ਰਾਓ ਰੰਕਾਂ ਵਿੱਚ ਸਮਾਈ ਆ, ਜਿਸ ਕਲਯੁਗ ਬਦਲ ਕੇ ਤੇਰੀ ਚਲਾਉਣੀ ਸਾਚੀ ਰੀਤ ਹੈ। ਸਾਡੇ ਵਿੱਚੋਂ ਕਲਯੁਗ ਚਲਾ ਗਿਆ, ਪਾਵਾਂ ਹਾਂ ਕਹਿ ਦਿਓ ਝੂਠ ਮਾਰਾ। काम चला गया, ਧੀਆਂ ਭੈਣਾਂ ਤੱਕਦੇ ਆ, ਜ਼ੁਬਾਨ ਨਾਲ ਗਾਲੀ ਦਿੰਦੇ ਆ, ਕੰਨਾਂ ਨਾਲ ਨਿੰਦਿਆ ਸੁਣਦੇ ਆ, ਫਿਰ ਕਲਯੁਗ ਕਿੱਥੋਂ ਚਲਾ ਗਿਆ? ਮਹਾਰਾਜ ਕਹਿੰਦੇ ਜੋ ਹਰ ਘਟ ਵਸਿਆ ਊਚ ਨੀਚ ਰਾਓ ਰੰਕਾਂ ਵਿੱਚ ਸਮਾਈ ਆ। ਜਿਸ ਕਿਹਨੇ ਜਿਹੜਾ ਅੰਦਰ ਵਸਿਆ ਨਿਰਗੁਣ ਧਾਰ ਪਰਮਾਤਮਾ, ਇਹ ਨਹੀਂ ਕਿ ਪੰਜ ਤੱਤੀ ਜੀਵਾਂ ਦੇ ਅੱਗੇ ਮੱਥੇ ਟੇਕਦੇ ਫਿਰੋ। ਜਿਸ ਕਲਯੁਗ ਬਦਲ ਕੇ ਤੇਰੀ ਹਿਲਾਉਣੀ, ਜਿਸ ਕਲਯੁਗ ਬਦਲ ਕੇ ਤੇਰੀ ਚਲਾਉਣੀ ਸਾਚੀ ਰੀਤ ਹੈ। ਫਿਰ ਜੋ ਮਹਾਰਾਜ ਨੇ ਬਾਣੀ 'ਚ ਲਿਖਿਆ ਅਸੀਂ ਤਾਂ ਮੰਨਿਆ ਨਹੀਂ। ਇਹੀ ਸੱਤ ਆ, ਇਹੀ ਕਲਯੁਗ ਦੇ, ਇਹੀ ਸਤਿਯੁਗ ਦੀ ਰੀਤ ਆ। ਤੇ ਇਸ ਮਾਰਗ ਨੂੰ ਲਾਉਣ ਵਾਲਾ ਕੌਣ? ਜੋ ਸਵੈਮ ਸਤ, ਸਤਵਾਦੀ, ਜੋ ਸਤ ਦਾ ਕੀਮਤ ਪਾਉਂਦਾ ਹੈ। ਜਿਹਨੂੰ ਸਤ ਪਿਆਰਾ ਲੱਗਦਾ ਸਤਵਾਦੀ ਨੂੰ, ਉਸ ਨੇ ਸਤ ਸਤਵਾਦੀ ਮਾਰਗ ਦੇ ਵਿੱਚ ਬਣਾਈ ਆ। ਉਹਨੇ ਕੀ ਸਾਨੂੰ ਦੱਸਿਆ? ਚਲੋ ਮੈਂ ਜ਼ੁਬਾਨ ਤੇ ਆ ਗਈ, ਮੈਂ ਕਹਿ ਦਿੰਦਾ। 5-4 ਮਹੀਨੇ ਹੋਏ ਦੁਆਬੇ ਵਾਲੀ ਸੰਗਤ ਨੇ ਬਾਬਾ ਮਨੀ ਸਿੰਘ ਦੇ ਸੰਸਕਾਰ ਸਥਾਨ ਦੇ ਉੱਤੇ ਇੱਕ ਸਤਸੰਗ ਘਰ ਬਣਾ ਦਿਆ। ਉਹ ਕੁਝ ਲੋਕਾਂ ਨੂੰ ਚੰਗਾ ਨਹੀਂ ਲੱਗਦਾ। ਜਦੋਂ ਇਹ ਉੱਥੇ ਸਤਸੰਗ ਕਰਨ ਲੱਗਦੇ ਭੰਡਾਣੀ, ਤੇ ਦੂਸਰੇ ਜਿਹੜੇ ਆ ਉਹ ਆਪਣੇ ਟੇਪ ਰਿਕਾਰਡ ਲਾਉਂਦੇ ਆ ਤਾਂ ਕਿ ਉੱਥੇ ਦੀ ਸੰਗਤ 'ਚ ਜੋ ਵਿਚਾਰ ਕੀਤਾ ਜਾਣਾ ਉਹ ਕੋਈ ਸੁਣ ਨਾ ਸਕੇ। ਕਦੀ ਕਦੀ ਦਾਸ ਨੂੰ ਵੀ ਸੇਵਾ ਦਾ ਮੌਕਾ ਮਿਲ ਜਾਂਦਾ। ਹੁਣ ਉਹਨਾਂ ਨੂੰ ਦੁੱਖ ਹੋ ਗਿਆ ਕਿ ਦਰਸ਼ਨ ਸਿੰਘ ਉਹਦਾ ਕਿਉਂ? ਉਹਦਾ ਵੈਸੇ ਹੀ ਫਾਤਿਹਾ ਪੜ੍ਹ ਦਿਓ। ਤੇ ਮਹਾਰਾਜ ਕਹਿੰਦੇ ਆ ਸੱਚੇ ਪਾਤਸ਼ਾਹ ਕਿਹਾ ਕਿ ਦੂਜਿਆਂ ਨੂੰ ਮਾਰ ਕੇ ਸਤਿਯੁਗ ਲੱਗੇਗਾ। ਕਿਸੇ ਨੂੰ ਗਾਲੀ ਗਲੋਚ ਦੇ ਕੇ ਸਤਿਯੁਗ ਲੱਗੇਗਾ। ਸਤ ਸਤਵਾਦੀ ਮਾਰਗ ਦੇ ਬਣਾਈ ਹਾਂ। ਸਤਿਯੁਗ ਦੀ ਰੀਤ ਕੀ ਆ? ਕਦੀ ਨਹੀਂ ਵਿਚਾਰ ਕੀਤੀ। ਉੱਥੇ ਮਹਾਰਾਜ ਕਹਿੰਦੇ ਜਿਸ ਕਲਯੁਗ ਬਦਲ ਕੇ ਤੇਰੀ ਚਲਾਉਣੀ ਸਾਚੀ ਰੀਤ ਹੈ। ਸਤ ਸਤਵਾਦੀ ਮਾਰਗ ਦੇ ਬਣਾਈ ਆ। ਸਤ ਦਾ ਮਾਰਗ ਕੀ ਆ? ਏਕਾ ਘਰ ਹੈ। ਇੱਟਾਂ ਪੱਥਰਾਂ ਦੇ ਘਰ ਨਹੀਂ, ਜਗਤ ਕਰਕੇ ਬਣਾਉਨੇ ਆ। ਪਰ ਉੱਥੇ ਕੇਵਲ ਇੱਕ ਓਂਕਾਰ ਦੀ ਹੀ ਗੱਲ ਹੋਣੀ ਚਾਹੀਦੀ ਹੈ।
ਏਕਾ ਘਰ ਵਸਾਉਣਾ ਹਸਤ ਕੀਟ ਹੈ, ਚਾਹੇ ਛੋਟਾ ਚਾਹੇ ਵੱਡਾ। ਉਹਨਾਂ ਕਿਹਾ ਕਿ ਅਸੀਂ ਗੁਰ ਪਰਿਵਾਰਾਂ ਦੇ ਦੋਨੋਂ ਹੀ ਪਰਿਵਾਰ ਉੱਥੇ ਫਿਰਦੇ ਸੀਗੇ, ਅਸੀਂ ਕੋਈ ਛੋਟਾ ਵੱਡਾ ਘਰ ਬਣਾ ਸਕਦੇ। ਅਗਰ ਕੋਈ ਕਹੇ ਕਿ ਉਹ ਸੱਚੇ ਪਾਤਸ਼ਾਹ ਦਾ ਸਾਰੇ ਗੁਰਸਿੱਖ ਘਰ ਆ, ਉਹਨੂੰ ਆਪਣੇ ਰਾਹ ਦਾ ਰੋੜਾ ਨਾ ਬਣ ਦੇਣਾ, ਇੱਕ ਪਾਸੇ ਕਰ ਦੇਣਾ। ਇਹ ਸਾਜੂ ਦੀ ਰੀਤ ਨਹੀਂ। ਏਕਾ ਘਰ ਜਿਤਨੇ ਵੀ ਬੈਠੇ ਇੱਥੇ ਜਾਂ ਸਾਰੀ ਸ੍ਰਿਸ਼ਟੀ ਦੇ ਮਾਨਵ ਜਿਹੜੇ ਆ, ਜੀਵ ਪ੍ਰਾਣੀ ਆ, ਹਰ ਇੱਕ ਦੇ ਅੰਦਰ ਪਰਮਾਤਮਾ ਦਾ ਗ੍ਰਹਿ ਹੈ, ਜਿੱਥੇ ਆਤਮਾ ਵਸਦੀ ਹੈ। ਏਕਾ ਘਰ ਵਸਾਉਣਾ ਹਸਤ ਕੀਟ ਹੈ, ਚਾਹੇ ਉਹ ਛੋਟਾ ਚਾਹੇ ਕੋਈ ਵੱਡਾ। ਕਹਿਣਾ ਕਿ ਸੱਚੇ ਪਾਤਸ਼ਾਹ ਦੀ ਬਣਤਰ ਆ। ਔਰ ਕਿਹਾ ਜਾਂਦਾ ਆ ਕਿ ਸਾਜੂ ਦੇ ਅੰਦਰ ਛੀ ਸ਼ੇਰ ਤੇ ਬੱਕਰੀ ਇੱਕੋ ਘਾਟ ਤੇ ਪਾਣੀ ਪੀਂਦੇ ਸੀ। ਉਹ ਸਾਜੂਕ ਸੀ। ਹੁਣ ਤੇ ਅਸੀਂ ਪੱਥਰ ਇੱਟਾਂ ਦੇ ਖਟੋਲਿਆਂ ਦੇ ਅੰਦਰ ਵੀ ਅਸੀਂ ਇੱਕ ਦੂਜੇ ਦਾ ਆਦਰ ਨਹੀਂ ਕਰਨ ਤਿਆਰ। ਹਸਤ ਕੀਟ ਚਾਹੇ ਸ਼ਾਹ, ਕੋਈ ਕਿੱਡਾ ਵੀ ਸੇਠ ਕਿਉਂ ਨਾ ਹੋਵੇ। ਸ਼ਾਹ ਦਰਵੇਸ਼, ਦਰਵੇਸ਼ ਮੰਗਤੇ ਨੂੰ ਸੱਦੇ ਫਾਰਸੀ ਦੇ ਵਿੱਚ, ਅਰਬੀ 'ਚ। ਸ਼ਾਹ ਦਰਵੇਸ਼ ਇੱਕ ਦੁਆਰੇ ਅਲਖ ਜਗਾਈ ਆ। ਇਹ ਸਾਡਾ ਭਗਤ ਦੁਆਰ ਹੈ, ਇਹ ਫਲਾਨੇ ਦਾ ਭਗਤ ਦੁਆਰ ਹੈ। ਇੱਥੇ ਫਲਾਨਾ ਨਹੀਂ ਪੂਜਾ ਕਰ ਸਕਦਾ, ਇੱਥੇ ਫਲਾਨਾ ਕਰ ਸਕਦਾ। ਸਾਡੇ ਕਹੇ ਮੁਤਾਬਕ ਚੱਲੇਗਾ, ਦੂਜਾ ਨਹੀਂ ਆ ਸਕਦਾ। ਮਹਾਰਾਜ ਨੇ ਆਖਿਆ ਚਾਹੇ ਸ਼ਾਹ ਹੋਵੇ, ਧਨਾੜ ਹੋਵੇ, ਚਾਹੇ ਮੰਗਤਾ ਦਰਵੇਸ਼ ਹੋਵੇ, ਇੱਕੋ ਦੁਆਰੇ। ਦੁੱਖ ਹੁੰਦਾ ਜਦ ਮੈਂ ਦੇਖਦਾ ਸਾਡੇ ਹੁੰਦਾ ਕੀ। ਜੇਠੂਵਾਲ ਭਗਤਵਾਰ ਦੀਆਂ ਵੰਡੀਆਂ ਪਈਆਂ, ਉਹ ਲੱਖ ਵਾਰੀ ਕਹਿਣ ਨਹੀਂ ਹੋਈਆਂ, ਲੇਕਿਨ ਦਿੱਲੀ ਦਫ਼ਤਰ ਆ, ਉੱਥੇ ਜੇਠੂਵਾਲੀਆਂ ਨੇ ਕਹਿਤਾ ਕਿ ਜਿਹੜਾ ਮਨਾਰ ਆ ਉਹ ਸੁੱਚੋ ਦਾ ਹੈ। ਆਰਡਰ ਵੀ ਹੋ ਗਿਆ, ਪੈ ਗਈ ਵੰਡੀ। ਤੇ ਜਿਹੜਾ ਅੰਦਰ ਦਾ ਮਨਾਰ ਉਹ ਕਿਹਦਾ ਆ? ਜਿੱਥੇ ਅਕਾਲ ਪੁਰਖ ਪ੍ਰਾਣੀ ਦੇ ਅੰਦਰ ਵਸਦਾ, ਉਹ ਮਨਾਰ ਕਿਹਦਾ ਆ? ਮਹਾਰਾਜ ਕਹਿੰਦੇ ਇੱਕ ਦੁਆਰੇ, ਉਹ ਦੁਆਰਾ ਤੇ ਆਤਮ ਘਰ ਆ। ਤੇ ਇੱਟਾਂ ਪੱਥਰਾਂ ਦੇ ਵਿੱਚ ਜਾ ਕੇ ਪ੍ਰਾਰਥਨਾ ਨਹੀਂ ਕਰਨ ਦਿਓਗੀ ਤੇ ਸੰਸਾਰ ਦੇ ਅੰਦਰ ਮਿਸਾਲ ਕਾਇਮ ਆ। ਭਗਤ ਨੇ ਉਹਨੂੰ ਭਗਤ ਦੁਆਰ, ਉਹਨੂੰ ਦੁਆਰੇ ਚੋਂ ਬਾਹਰ ਕਰ ਦਿੱਤਾ। ਤੇਰੀ ਜਾਤ ਛੋਟੀ ਛਿੰਬਾ ਆ, ਉਹਦੇ ਹੱਥ ਦੇ ਧੋਤੇ ਕੱਪੜੇ ਤੇ ਪਾ ਸਕਦੇ ਆ, ਪਰ ਚੂੰਕਿ ਕੱਪੜੇ ਤੋਂ ਦਾ ਛਿੰਬਾ, ਉਹਨੂੰ ਧੱਕੇ ਮਾਰ ਕੇ ਬਾਹਰ ਕਰ ਦਿੱਤਾ। ਤੇ ਨਾਮਦੇਵ ਨੇ ਜਿਸ ਵੇਲੇ ਪਛਵਾੜੇ ਜਾ ਕੇ ਉਸ ਦੀ ਆਰਾਧਨਾ ਸ਼ੁਰੂ ਕੀਤੀ, ਭਗਤ ਦੁਆਰਾ ਕੰਮ ਗਿਆ। ਬੜਾ ਦੁੱਖ ਹੋਇਆ ਜਿੱਦਣ ਸਾਨੂੰ ਇਹ ਪਤਾ ਲੱਗਾ, ਕਿਸੇ ਕਾਰਨ ਕਰਕੇ ਲੱਗ ਗਿਆ ਪਤਾ ਕਿ ਉਹ ਮਨਾਰ ਜੇਠੂਵਾਲ ਵਾਲਾ ਉਹ ਸੁੱਚੋ ਦੇ ਨਾਂ ਹੋ ਗਿਆ। ਉਹਦੇ ਵਰਗਾ ਸੁੱਚੋ ਕਹੇਗੀ ਤੇ ਬਣੇਗਾ ਸੰਸਾਰ 'ਚ, ਨਹੀਂ ਤੇ ਨਹੀਂ ਬਣੇਗਾ। ਲੱਖਾਂ ਚਰਚ ਬਣੇ ਹੋਏ ਆ, ਉਹਨਾਂ ਦੇ ਅੱਗੇ ਮਨਾਰ ਕੋਈ ਕਿੱਦਾਂ ਦਾ ਬਣਾ ਲੈ, ਬਣ ਸਕਦਾ। ਸਾਡੇ ਭਗਤ ਦੁਆਰ ਦੇ ਵਿੱਚ ਸੁੱਚੋ ਦੀ ਪਰਮਿਸ਼ਨ ਤੋਂ ਬਿਨਾਂ ਨਹੀਂ ਬਣ ਸਕਦਾ। ਸੰਗਤ ਨੂੰ ਪਤਾ ਨਹੀਂ ਗਾ ਕੀ ਹੋ ਗਿਆ ਕੀ ਨਹੀਂ ਹੋਇਆ, ਪਰ ਕਦੀ ਨਾ ਕਦੀ ਉਹ ਸਾਹਮਣੇ ਆ ਜਾਂਦੀ ਆ। ਹੇ ਗੁਰਬਚਨੋ,
सुचो उस भगत द्वार ते राज करके दिखाए जिहड़ा तुहाडे अंतरात्मा है। महाराज कहते हैं एक द्वारे अलख जगाई यहाँ, उस आत्म घर दे विच सच्चे पातशाह की जय जयकार कर लियो। नामदेव ने की भगत द्वारा घूम गया। झूठ की गल हो रखा लोग ये कहते हैं रुकनदीन ने गुरु नानक देव दे दत्तों फड़ के घसीटिया, मक्का घूम गया। लोग कहते हैं पर गलत है, सच नहीं है। लेकिन इतिहास ने बनाती गल। सच्चे पातशाह जी बाणी है 24वें ग्रंथ या 23वें 21वें या 22वें ग्रंथ कि जेड़े कहते मक्का घूम गया झूठ मारते। कोई मक्का नहीं घूमया। ना रुकनदीन ने गुरु नानक देव नूं टंगों फड़ के घसीटिया। जिस वेले उन्हें गुरु नानक देव दे दर्शन किए उहदे अंदर दी जिहड़ा मक्का सी घूम गया कि इस वर्गा होर नूर नहीं संसार दे अंदर। और रुकनदीन गुरु नानक देव दे चरनी ढह गया, वो मक्का घूमया। लोगों ने गलत बयानी कर दी। हुण भी यह हो गया। हुण भी भगत द्वार किसी का ते ओहदा मीनार किसी का। जिस मन वासना सब दी लई जित। फिर चलो मैं थोड़ी जी होर गल कर दियाँ। उस तरह का मीनार बाबे हरजी ने, जिसका नाम हरजीत है, हरजीत सिंह ने भगत द्वार बनाना चाहा। ਉਹਦੇ अगे उसने मीनार बनाना चाहा, उन्होंने रोक दिता गया कि नहीं बना सकता। जब ये पता लगा रोकया गया, फिर जाके वो पिछले रिकॉर्ड खोले गए तो पता लगा कि ये सुचो दे कहे तो बिना इदा का भगत द्वार नहीं बन सकता। वो मालकन है उसकी, उसकी कापी भी है। लै ली असी कापी, किस तरह मिल गई, सरकारी लै ली। महाराज कहते हैं एक द्वारे अलख जगाई आ सुचो, वो भगतां दी आत्मा ते राज करके दिखा रहे हैं। वो जड़ा भगत द्वार है, उत्थे जड़ा मीनार जिथे अकाल पुरख बैठा है, आखे कि मेरे बिना मेरा प्यो किसी नूं बख्शिश नहीं कर सकता। वो मूर्ख है जिहड़े अकाल पुरख नूं अपना प्यो मनते हैं। वो तो सारियां दा बाप है। अलख जगाई आ जिस मन वासना सब दी लई जित। जिस अकाल पुरख ने सारियां दी मन की भावना मन लई आ, उस दी गल करते हैं। पुराणियां दी गल नहीं हुंदी। वासना लई जित और जित्ती किदां जांदी आ, वो हुण तुसीं आप सारे सोच लियो, मैं नहीं कहंदा। हाँ, जितन का तरीका जिहड़ा सच्चे पातशाह दस्या, वो दस्या सब दी लई जीत शब्द नाल। जिहदे अंदर शब्द की धुनी आंदी आ, एक महाराज पूरन सिंह ने जित्ती, बाकी किसी ने जित्ती। साढ़े सामने कितना इत्थे दूजा शोरोगुल मचिया होया है। किसी के अंदर सतगुर पूरन सिंह तो बिना शब्द नाल नहीं बजया। सृष्टि की स्टेज के उत्ते भी आख्या अगर कोई है तो साढ़े वकरा शब्द चला के दिखाए। दिल्ली सारी दुनिया के धर्माचारी इकट्ठे हुए। अंत जदों सच्चे पातशाह नूं माइक मिलिया तो संत उठ के भज गए। तो पातशाह आख्या ये साध संत जिहड़े बैठे आ, इन्हां दा कोई सिख होवे, मरीद होवे, रिश्तेदार होवे, सज्जन होवे, मित्र होवे, गिना गिना के जाओ इन्हां सुशील मुनि कृपाल सिंह इन्हां नूं जाके कह दिओ कि इन्हां दे अंदर ते नाम दी मोमबत्ती भी नहीं जगी, एक संत बने करते। साडे अंदर जग गई। साडे अंदर भी द्वेष पैदा हो गई। जिथे द्वेष आ उत्थे परमात्मा दे नाम दी मोमबत्ती नहीं जगदी पई।
महाराज कहते जिस मन वासना सब दी लई जित वो तो ब्रह्मंड खंड में भी जित्ती फिरदा, उत्थे भी वो शब्द का नाद बजदा है। शब्द नाद धुन करे शनवाईया, सो सचखंड द्वारे बैठा रहे अतीत। वो तो माया तो रहत है, वो सचखंड वसदा, और सचखंड हर प्राणी के अंदर है, हर प्राणी के अंदर है। जिथे आत्मा उथे सचखंड, और जिथे मनमत उथे दोज़ख नरक। असी मनमत करके कार्य करते हैं जिहड़ा सानू त्यागना चाहिए। विच कदे ना आई आ पिछला देखा 20 21 से मैं पिछे गया बीत। अगे किसी गुरु पीर ने कोई किसी नू कुछ थापड़ा देता, वो समा बीत गया। पिछे गया बीत, अगे चलना तुर जाए, अगे अकाल पुरख की मर्जी चलेगी। वो किसी के प्यो की नहीं चलेगी, तो ना किसी के रिश्तेदार की चलेगी। अगे चलना हुक्म रजाई आ, अगे चलना तुर रजाई, तुर सद सचखंड नूं रजा सदे आ, उहदा अपनी हुक्म दी कार। अगे अकाल पुरख दा जो सचखंड चों हुक्म होवेगा वो चलेगा। वो ये नहीं केड़ा प्राणी चलाउंदा है। रजाई आ प्रभ दा खेल सदा अंडीठ, जगत नेत्र नजर कोई ना आई है। उत्थे तो हुक्म चलते हैं। किसी भी सारा संतां दे भी डेरे चलते हैं। सच पुछो फिर सच की है। आपां सरजीत सिंह दे घर इसलिए नहीं आए कि रोटी खा के सौ गए। उसने साढ़े सामने एक ग्रंथ का प्रकाश रख करवाता, जिहदे विचों सानू सोझी मिलेगी सच की आ। यह उसका सरजीत सिंह का साडे ते सब तो वड्डा परोपकार है। उसने कहा सच लभना ते ये बाणी आ, इस बाणी की व्याख्या कर लो, पढ़ लेना। सच पुछो प्रभ दा खेल सदा अंडीठ, जगत नेत्र नजर कोई ना आई आ। सच पुछो विचोला बनया। गोविंद, गोविंद शब्द नूं कहंदे आ। असीं ते विचोले बन गए, थां थां विचोले खड़े हो गए, मस्ताने विचोले बन गए सी। और सच्चे पातशाह जी लिखते उहदे लिखा कि इस वेले उस दिन 99 मस्ताने सन जिहड़े अपने आप नूं गुरु कहाउंदे सन। हे गुरमुख जनो, बाणी कहती आ सच पुछो विचोला बनया। गोविंद मीत, गोविंद शब्द नूं भी कहंदे आ। सतगुर दा शब्द परमात्मा नूं भी कहंदे आ। गो मैंने धरती, बिंद मैंने पालना करना। गो गाय नूं भी सदे, बिंद मैंने पालना करना। वो परमात्मा जो गौ गरीबां नूं सदे आ, जो भगतां दी रखिया करदा। गोविंद बनया मीत ते ओ फोटो ना नजर आउंदा। जाने बुरा ना मन्यो कोई जावे, जो मर्जी करे। सच्चाई सच्चाई आ। महाराज कहंदे गोविंद मीत शब्द की धारा, नज़र किसी ना। जितने मूर्ख फोटोआं की पूजा करते आ, उन्होंने सच्चे पातशाह की शब्द की धार नहीं दसदी। अगर देखना चाहते हैं सच्चे पातशाह तो शब्द की धार की कहती आ, ये सानू उस सच्चे पातशाह का दर्शन कराउंदी आ। फोटोआं ते होर उन्हां दीयां आकृतियां वो सानू उसका दर्शन नहीं करा सकती। शब्द की धारा नज़र किसी ना आई आ, पुरख अकाल दी लंघ के अंदर दलीज, वो तो अंदर कोई टपदा नहीं है। वो की टपदे आ, पढ़ते की पिया। ये कौन है, किहदे रिश्तेदार है। बाणी दे विच तुसीं कैप्टन साहब को सुनिया सीगा कि संगतां नूं कहा कि तुसीं शब्द पढ़ने। 3-4 सिख शब्द प्रेम ना पढ़ते सन, पातशाह लिखते रहंदे सी।
मैं उन्होंने तक पुछना, उन्होंने बाबा नंदू नूं बाबा लड्डू सद्दिया सी। क्यों कैप्टन साहब? तुसीं अपने प्रवचन च क्या सीगा, बाबा लड्डू, दंदू का नाम लड्डू सीगा या नंदू सी? सुल मैं भी लिया सीगा। नहीं, तुसीं लड्डू कह गए सी एक दो बारी हैं? नंदू शाह मैं लड्डू की गल की थी, लड्डू बोल गया सी, तां मैं आख्या ना ਉਹਦਾ नंदू शाह सी। ते ਉਹ एक बड़ा फकीर सीगा दसम पातशाह, जिसने उसनूं चेनी दित्ती सी ਜਿਹਦੇ ਵਿੱਚ ਮੁਹੰਮਦ ਦੀ ਫੋਟੋ ਦੱਸਦੀ। ਮੁਹੰਮਦ ਦੀ ਫੋਟੋ ਨਹੀਂ ਦੱਸਦੀ ਕਿਸੇ ਨੇ। ਉਹਦਾ ਆਪਣਾ ਕਰਮ ਸੀ, ਉਜਾਗਰ ਹੋ ਗਿਆ ਬਾਬਾ ਨੰਦੂ ਦਾ। ਔਰ ਪਾਤਸ਼ਾਹ ਜੀ ਕਹਿੰਦੇ ਆ, ਪੁਰਖ ਅਕਾਲ ਦੀ ਲੰਘ ਕੇ ਅੰਦਰ ਦਲੀਜ਼, ਉਸ ਵੇਲੇ ਉਸ ਸਾਈਂ ਨੇ ਅੰਦਰ ਦੀ ਦਲੀਜ਼ ਲੰਘੀ ਤੇ ਦਸਮ ਪਾਤਸ਼ਾਹ ਉਹਨੂੰ ਪਰਮਾਤਮਾ ਦੱਸਿਆ। ਉਹਨੇ ਕਿਹਾ ਕਿ ਇਹ ਜਿਹੜੀ ਜ਼ੰਜੀਰ ਆ, ਇਹ ਗਲ 'ਚ ਪਾ ਲਓਗੇ, ਤੁਹਾਨੂੰ ਕੋਈ ਮੁਸਲਮਾਨ ਤੇ ਮੀਨ ਮੇਖ ਨਹੀਂ ਕਰੇਗਾ, ਕਿਉਂਕਿ ਇਹਦਾ ਜਿਹੜਾ ਆਖਰੀ ਮਨਕਾ ਉਹਦੇ ਵਿੱਚ ਦੇਖਣ ਨਾਲ ਮੁਹੰਮਦ ਦੀ ਫੋਟੋ ਦਿਸੇਗੀ। ਇਸ ਲਈ ਤੂੰ ਸਾਨੂੰ ਕੋਈ ਮੁਸਲਮਾਨ ਰੋਕੇਗਾ ਨਹੀਂ। ਮਹਾਰਾਜ ਕਹਿੰਦੇ ਹਨ, ਸੱਚ ਪੁੱਛੋ ਵਿਚੋਲਾ ਬਣਿਆ ਗੋਬਿੰਦ ਮੀਤ। ਉਸ ਵੇਲੇ ਦਸਮ ਪਾਤਸ਼ਾਹ ਦੇ ਵੇਲੇ ਉਸ ਫਕੀਰ ਦਾ ਮੀਤ, ਜਿਹਦੇ ਕੋਲ ਖੱਪਰ ਹੁੰਦਾ ਸੀ, ਖੀਰ ਹੁੰਦੀ ਸੀ, ਉਹ ਦਸਮ ਪਾਤਸ਼ਾਹ ਨਹੀਂ ਕਰਦਾ। ਸੱਚ ਪੁੱਛੋ ਪੁਰਖ ਅਕਾਲ ਦੀ ਲੰਘ ਕੇ ਅੰਦਰ ਦਲੀਜ਼, ਸੱਚ ਦੁਆਰੇ ਆਪਣੀ ਸੋਭਾ ਪਾਈਆ, ਪ੍ਰੇਮ ਪ੍ਰੀਤੀ ਅੰਦਰ ਹੋ ਵਸਨੀਕ। ਅਸੀਂ ਧਿਆਨ ਕਰਦੇ ਅੱਖਾਂ ਨਾਲ, ਸਿਮਰਨ ਕਰਨਾ ਹੈ। ਅਸੀਂ ਆਪਣੇ ਮਨ ਨੂੰ ਘਸੀਟਦੇ ਅੰਦਰ, ਪ੍ਰੇਮ ਨਹੀਂ ਕਰਦੇ। ਉਹ ਪ੍ਰੇਮ ਕਰੋਗੇ ਤਾਂ ਤੁਹਾਡੇ ਅੰਦਰ ਆਪਣਾ ਅੰਦਰ ਬਿਰਾਜਮਾਨ ਹੋਵੇਗਾ, ਨਹੀਂ ਤੇ ਨਹੀਂ। ਮੀਤ ਸ਼ਬਦੀ ਧਾਰਾ ਨਾ, ਸੱਚ ਦੁਆਰੇ ਆਪਣੀ ਸੋਭਾ ਪਾਈਆ, ਪ੍ਰੇਮ ਪ੍ਰੀਤੀ ਅੰਦਰ ਹੋ ਵਸਨੀਕ। ਵਾਸਤਾ ਇੱਕੋ ਨਾਲ ਜੁੜਾਈਆ, ਫਿਰ ਪ੍ਰੇਮ ਕਰਿਓ ਇੱਕ ਓਂਕਾਰ ਦੇ ਨਾਲ। ਕਦੀ ਮੱਥੇ ਉਹਨੂੰ ਟੇਕਦੇ, ਕਦੀ ਉਹਨੂੰ ਟੇਕਦੇ। ਆਪਣੇ ਘਰਾਂ 'ਚ ਕੋਈ ਵੰਡ ਦੇਵੇ ਨਾ ਵੰਡ ਦੇਵੇ, ਕੋਈ ਇਹ ਘਰ ਤੇ ਨਾ ਖੋ ਕੇ ਲੈ ਜਾਵੇ ਕੋਈ। ਤੁਹਾਡੇ ਕੋਲ ਆਤਮਾ ਆ, ਉਸ ਘਰ 'ਚ ਵੜ ਕੇ ਉਸ ਪਰਮਾਤਮਾ ਨਾਲ ਪ੍ਰੀਤ ਕਰਕੇ ਉਹਦੀ ਯਾਦ ਕਰ ਲਿਓ। ਫਿਰ ਇੱਟਾਂ ਪੱਥਰ ਗਾਰੇ ਦੇ ਜਿਹੜੇ ਮੰਦਰ ਮਸੀਤਾਂ, ਉਹਨਾਂ ਦੀ ਲੋੜ ਨਹੀਂ ਰਹਿ ਜਾਵੇਗੀ। ਏਕਾ ਮਾਰਗ ਵੱਖਰਾ ਸਭ ਤੋਂ ਬਾਰੀਕ, ਜਗਤ ਨੇਤਰ ਨੈਣ ਵੇਖਣ ਕੋਈ ਨਾ ਪਾਈਆ, ਜੋਤੀ ਜੋ ਸਰੂਪਾ ਆਪ ਆਪਣੀ ਕਿਰਪਾ ਕਰ, ਮਿਹਰ ਨਾਲ ਤਰਾਈਆ। ਉੱਥੇ ਉਹਦੀ ਮਿਹਰ ਚਾਹੀਦੀ, ਬਖਸ਼ਿਸ਼ ਅਕਾਲ ਪੁਰਖ ਦੀ ਚਾਹੀਦੀ ਆ, ਕਿਸੇ ਪੰਜ ਤੱਤੀ ਜੀਵ ਪ੍ਰਾਣੀ ਦੀ ਨਹੀਂ ਚਾਹੀਦੀ। ਉਹਦੇ ਨਾਲ ਪ੍ਰੇਮ ਕਰੋਗੇ, ਉਹ ਕਿਰਪਾ ਕਰਕੇ ਆਪਣੇ ਚਰਨਾਂ ਦਾ ਪਿਆਰ ਬਖਸ਼ੇਗਾ ਔਰ ਸਾਨੂੰ ਇਸ 184 ਦੇ ਬੰਦੀ ਖਾਨੇ 'ਚੋਂ ਛੁਟਕਾਰਾ। ਇਹਨਾਂ ਸ਼ਬਦਾਂ ਨਾਲ ਖਿਮਾ ਮੰਗਾਂਗਾ। ਠੰਡ ਦਾ ਮੌਸਮ ਆ, ਕਈਆਂ ਨੇ ਦੂਰ ਵੀ ਜਾਣਾ ਹੋਵੇਗਾ। ਪਰਿਵਾਰ ਜਿਹੜਾ ਉਹ ਜਕਾਰੇ ਬੋਲੇ ਤੇ ਜਾਣ ਵਾਲੇ ਨੂੰ ਖੁਸ਼ੀ ਬਖਸ਼। So Hang Maharaj Shir Singh